Hello students, this is Jagdeep Singh, teacher of Guru Hargobind Public High School, Fatehgarh. So today we are going to discuss the next portion of prepositions, the prepositions of direction. In the previous video, we had discussed the prepositions of space or position. So prepositions of direction refers to direction movement of a noun or pronoun. कोई भी मीनस नाउन और pronoun ਦੀ ਕੋਈ मूवमेंट ਹੋਵੇ ਕਿਸੇ ਚੀਜ਼ ਵੱਲ ਜਾ ਰਿਹਾ ਹੋਵੇ ਉੱਥੇ ਆਪਾਂ ਕਿਹੜੀਆਂ preposition यूज़ ਕਰਦੇ ਹਾਂ ਉਹਨਾਂ ਨੂੰ ਬੋਲਦੇ ਆਪਾਂ prepositions of direction. ਫੋਰ ਐਗਜ਼ਾਮਪਲ ਦ ਡੋਲਫਿਨਸ ਡਾਈਵਡ ਇਨਟੂ ਸੀ, ਜਿਹੜੀਆਂ ਡੋਲਫਿਨਸ ਨੇ ਉਹਨਾਂ ਨੇ ਗੋਤਾ ਲਗਾਇਆ ਕਿਸੇ ਵਿੱਚ ਸੀ ਦੇ ਵਿੱਚ। ਦੇਖੋ ਆਪਾਂ ਇਨ ਤਾਂ ਯੂਜ਼ ਕਰ ਨਹੀਂ ਸਕਦੇ ਇੱਥੇ, ਅਗਰ ਆਪਾਂ ਇੱਥੇ ਯੂਜ਼ ਕਰਦੇ ਵੀ ਦ ਡੋਲਫਿਨਸ ਡਾਈਵਡ ਇਨ ਦ ਸੀ, ਪਰ ਇਨ ਨਹੀਂ ਆਪਾਂ ਯੂਜ਼ ਕਰ ਸਕਦੇ। ਇਨ ਮੂਵਮੈਂਟ ਨੂੰ ਨਹੀਂ ਦੱਸਦਾ, ਇੱਥੇ ਇਨ ਟੂ ਦੱਸਦਾ ਮੂਵਮੈਂਟ, ਇਸ ਤਰ੍ਹਾਂ। ਸੋ ਇਹ ਜਿਹੜੀਆਂ ਸਾਰੀਆਂ ਹੁੰਦੀਆਂ ਨੇ ਦੇਖੋ ਇਹਦੇ ਵਿੱਚ ਦਿੱਤੀਆਂ ਹੋਈਆਂ ਨੇ ਪ੍ਰੈਪੋਜੀਸ਼ਨ ਟੂਵਰਡਸ, ਅਕ੍ਰੋਸ, ਥਰੂ, ਅਰਾਊਂਡ, ਓਵਰ ਐਂਡ ਸੋ, ਇਨ ਸਾਰੀਆਂ ਆਪਾਂ ਪੜ੍ਹਾਂਗੇ। ਇਹ ਸਾਰੀਆਂ ਕੀ ਨੇ ਮੂਵਮੈਂਟ ਦੱਸਦੀਆਂ ਨੇ, ਡਾਇਰੈਕਸ਼ਨ ਦੱਸਦੀਆਂ ਨੇ। ਹੇਅਰ ਸਮ ਐਗਜ਼ਾਮਪਲਸ ਆਫ ਪ੍ਰੈਪੋਜੀਸ਼ਨ ਆਫ ਡਾਇਰੈਕਸ਼ਨ ਜਿਹੜੀਆਂ ਆਪਾਂ ਹੁਣ ਪੜ੍ਹਾਂਗੇ। ਪਹਿਲੀ ਦੇਖੋ ਟੂ, ਮਾਈ ਪੇਰੈਂਟਸ ਵੈਂਟ ਟੂ ਕਲੱਬ ਯੈਸਟਰਡੇ, ਜਿਹੜੇ ਮੇਰੇ ਪੇਰੈਂਟਸ ਸੀ ਉਹ ਕੱਲ੍ਹ ਕਲੱਬ ਗਏ, ਕਲੱਬ ਵੱਲ ਗਏ। ਟੂ ਕੀ ਦੱਸਦਾ ਵੀ ਕਲੱਬ ਵੱਲ ਗਏ, ਟੂ ਮੂਵਮੈਂਟ ਦੱਸ ਰਿਹਾ, ਡਾਇਰੈਕਸ਼ਨ ਦੱਸ ਰਿਹਾ। ਵੀ ਵੈਂਟ ਟੂ ਦਾ ਰੇਲਵੇ ਸਟੇਸ਼ਨ ਇਨ ਦਾ ਮੋਰਨਿੰਗ, ਅਸੀਂ ਰੇਲਵੇ ਸਟੇਸ਼ਨ ਗਏ ਸੀ ਕਦੋਂ? ਮੋਰਨਿੰਗ ਦੇ ਵਿੱਚ। ਦੇਖੋ ਇੱਥੇ ਰਿਲੇਸ਼ਨ ਦੱਸ ਰਿਹਾ, ਰਿਲੇਸ਼ਨ ਦੱਸ ਰਿਹਾ ਵੀ ਅਤੇ ਰੇਲਵੇ ਸਟੇਸ਼ਨ ਦਾ, ਦੋਵਾਂ ਦਾ, ਸਾਡਾ ਅਤੇ ਰੇਲਵੇ ਸਟੇਸ਼ਨ ਦਾ ਦੱਸ ਰਿਹਾ ਕਿ ਅਸੀਂ ਅਤੇ ਰੇਲਵੇ ਸਟੇਸ਼ਨ ਦਾ ਕਿ ਅਸੀਂ ਸਵੇਰੇ ਮੋਰਨਿੰਗ ਨੂੰ ਕਿੱਥੇ ਗਏ ਸੀ? ਰੇਲਵੇ ਸਟੇਸ਼ਨ 'ਤੇ ਗਏ ਸੀ। ਡਾਇਰੈਕਸ਼ਨ ਦੱਸ ਰਿਹਾ, ਕਿਹੜਾ ਦੱਸ ਰਿਹਾ ਵੀ ਟੂ। ਅਗਰ ਟੂ ਨਹੀਂ ਹੁੰਦਾ ਤਾਂ ਆਪਾਂ ਨੂੰ ਸੈਂਟੈਂਸ ਹੀ ਨਹੀਂ ਪਤਾ ਚੱਲਣਾ ਸੀ, ਇਸ ਕਰਕੇ। ਸੋ ਇਸ ਤਰ੍ਹਾਂ ਟੂ ਦੀ ਇੱਕ ਹੋਰ ਵੀ ਯੂਜ਼ ਹੁੰਦਾ ਜਿਵੇਂ ਹੀ ਵਿਲ ਰੀਚ ਹੇਅਰ ਬਿਟਵੀਨ 8 o'clock ਟੂ 12 o'clock, ਆਪਾਂ ਉੱਥੇ ਵੀ ਤਾਂ ਟੂ ਯੂਜ਼ ਕਰ ਸਕਦੇ ਹਾਂ। ਸੋ ਟੂ ਦੇ ਕਈ ਯੂਜ਼ ਨੇ। ਨੈਕਸਟ ਦੇਖੋ ਵੀ ਟੂਵਰਡਸ, ਇਹ ਵੀ ਮੂਵਮੈਂਟ ਨੂੰ ਸ਼ੋਅ ਕਰਦਾ। ਦ ਮੈਨ ਵਾਕਡ ਟੂਵਰਡਸ ਮੀ, ਜਿਹੜਾ ਇਨਸਾਨ ਸੀ, ਕੋਈ ਬੰਦਾ ਸੀ, ਉਹ ਮੇਰੇ ਵੱਲ ਆ ਰਿਹਾ ਸੀ। ਦ ਟੈਕਸੀ ਮੂਵਡ ਟੂਵਰਡਸ ਦ ਗੇਟ, ਜਿਹੜੀ ਟੈਕਸੀ ਸੀ ਉਹ ਗੇਟ ਵੱਲ ਮੂਵ ਕਰ ਰਹੀ ਸੀ। ਹੁਣ ਦੇਖੋ ਤੁਸੀਂ ਇਹ ਵੀ ਤਾਂ ਸੋਚੋ ਕਿ ਇੱਥੇ ਆਪਾਂ ਟੂ ਵੀ ਯੂਜ਼ ਕੀਤਾ, ਇੱਥੇ ਆਪਾਂ ਇਹ ਵੀ ਤਾਂ ਲਗਾ ਸਕਦੇ ਦ ਮਾਈ ਪੇਰੈਂਟਸ ਵੈਂਟ ਟੂਵਰਡਸ ਦ ਕਲੱਬ ਯੈਸਟਰਡੇ, ਇੱਥੇ ਵੀ ਦੱਸ ਸਕਦਾ ਸੀ ਦ ਮੈਨ ਵਾਕਡ ਟੂ ਮੀ। ਸੋ ਵਟ ਇਜ਼ ਦ ਡਿਫਰੈਂਸ ਬਿਟਵੀਨ ਟੂਵਰਡਸ ਐਂਡ ਟੂ? ਹੈ ਤਾਂ ਦੋਵੇਂ ਨੇ ਕਿ ਉਸ ਵੱਲ ਜਾ ਰਿਹਾ, ਇਸ ਤਰ੍ਹਾਂ ਵੀ ਆ ਸਕਦਾ ਸੀ। ਇੱਥੇ ਆਪਾਂ ਹੋਰ ਵੀ ਤਾਂ ਯੂਜ਼ ਕਰ ਸਕਦੇ, ਜਿਵੇਂ ਲਾਸਟ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕੰਟੈਕਸਟ ਦੇਖਣਾ ਪੈਂਦਾ ਸੈਂਟੈਂਸ ਦਾ। ਇੱਥੇ ਇਹ ਵੀ ਦੱਸ ਸਕਦਾ ਸੀ ਟੂ ਦੀ ਜਗ੍ਹਾ 'ਤੇ ਫਰੋਮ ਇਜ਼ ਆਲਸੋ ਪ੍ਰੈਪੋਜੀਸ਼ਨ। ਮਾਈ ਪੇਰੈਂਟਸ ਵੈਂਟ ਫਰੋਮ ਦਾ ਕਲੱਬ ਯੈਸਟਰਡੇ, ਜਿਹੜੇ ਮੇਰੇ ਪੇਰੈਂਟਸ ਸੀ ਉਹ ਕਲੱਬ ਤੋਂ ਚਲੇ ਗਏ ਸੀ ਕਦੋਂ? ਕੱਲ੍ਹ। ਅਗਰ ਜਿਹੜੀ ਮੇਰੀ ਪੋਜੀਸ਼ਨ ਹੋਈ ਉਹ ਕਲੱਬ ਦੇ ਕੋਲ ਹੋਏਗੀ, ਜਦ ਮੈਂ ਕਲੱਬ ਦੇ ਵਿੱਚ ਬੈਠਾ ਹੋਵਾਂਗਾ। ਸੋ ਦੇਅਰ ਇਜ਼ ਅ ਕੰਟੈਕਸਟ ਆਫ ਦਾ ਸੈਂਟੈਂਸ। ਹਾਂ, ਆਪਾਂ ਗੱਲ ਕਰ ਰਹੇ ਸੀ ਟੂਵਰਡਸ ਅਤੇ ਟੂ ਦੇ ਵਿੱਚ, ਟੂਵਰਡਸ ਵਰਸਿਸ ਟੂ, ਇਹਦੇ ਵਿੱਚ ਕੀ ਫ਼ਰਕ ਹੈ ਵੀ? ਦੇਖੋ ਟੂਵਰਡਸ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਇੱਥੇ ਲਿਖਿਆ ਹੋਇਆ ਦ ਮੈਨ ਵਾਕਡ ਟੂਵਰਡਸ ਮੀ, ਹੁਣ ਜਿਹੜਾ ਇਨਸਾਨ ਹੈ, ਜੋ ਮੈਨ ਹੈ, ਬੰਦਾ ਹੈ, ਉਹ ਮੇਰੇ ਵੱਲ ਆ ਰਿਹਾ। ਪਰ ਜ਼ਰੂਰੀ ਹੀ ਨਹੀਂ, ਆਪਾਂ ਇੱਥੇ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਡੈਸਟੀਨੇਸ਼ਨ ਆ ਉਹ ਮੈਂ ਹੀ ਹੋਵਾਂ। ਉਹ ਕੋਈ ਪਤਾ ਨਹੀਂ ਕਿ ਰਾਹ ਦੇ ਵਿੱਚ ਉਸਨੂੰ ਕੋਈ ਚੀਜ਼ ਜਾਂ ਮੇਰੇ ਤੋਂ ਬਾਅਦ ਕੋਈ ਚੀਜ਼ ਹੋਵੇ ਉਹਦੇ ਵੱਲ ਜਾ ਰਿਹਾ ਹੋਵੇ। ਸੋ ਟੂਵਰਡਸ ਆਪਾਂ ਨੂੰ ਡੈਸਟੀਨੇਸ਼ਨ ਦਾ ਨਹੀਂ ਪਤਾ ਹੁੰਦਾ। ਹਾਂ, ਟੂ ਦੇ ਵਿੱਚ ਆਪਾਂ ਨੂੰ ਡੈਸਟੀਨੇਸ਼ਨ ਦਾ ਪਤਾ। ਮੰਨ ਲਓ ਆਪਾਂ ਇੱਥੇ ਲਗਾ ਦਿੰਦੇ, ਇੱਥੇ ਆਪਾਂ ਟੂ ਲਗਾ ਦਿੰਦੇ, ਤਾਂ ਪੱਕਾ ਸੀ ਕਿ ਜਿਹੜਾ ਇਨਸਾਨ ਹੈ, ਜੋ ਮੈਨ ਹੈ, ਉਹ ਮੇਰੇ ਵੱਲ ਹੀ ਆ ਰਿਹਾ। ਦ ਮੈਨ ਵਾਕਡ ਟੂ ਮੀ। ਸੋ ਇਹੀ ਡਿਫਰੈਂਸ ਹੈ। ਟੂਵਰਡਸ ਦੇ ਵਿੱਚ ਆਪਾਂ ਨੂੰ ਡੈਸਟੀਨੇਸ਼ਨ ਦਾ ਨਹੀਂ ਪਤਾ ਹੁੰਦਾ, ਪਰ ਟੂ ਦੇ ਵਿੱਚ ਆਪਾਂ ਨੂੰ ਡੈਸਟੀਨੇਸ਼ਨ ਦਾ ਪਤਾ ਹੁੰਦਾ ਹੈ। ਪਰ ਜਦੋਂ ਇਹ ਸਾਰੀਆਂ ਚੀਜ਼ਾਂ ਮੂਵਮੈਂਟ ਦੀ ਗੱਲ ਹੋ ਰਹੀ ਹੋਵੇ। ਇੱਕ ਵਰਡ ਹੋਰ ਵੀ ਹੁੰਦਾ ਵੀ, ਇੱਕ ਵਰਡ ਹੁੰਦਾ ਟੂ ਵਰਡ, ਐਸ ਨਹੀਂ ਲੱਗੀ ਹੁੰਦੀ। ਸੋ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਟੂ ਵਰਡ ਨੂੰ ਜਿਹੜੇ ਅਮੈਰੀਕਨ ਨੇ ਉਹ ਯੂਜ਼ ਕਰਦੇ ਨੇ, ਟੂ ਵਰਡਸ ਨੂੰ ਬ੍ਰਿਟਿਸ਼ ਯੂਜ਼ ਕਰਦੇ ਨੇ। ਨੈਕਸਟ ਹੈਗਾ ਵੀ ਇਨ ਟੂ, ਆਪਾਂ ਇਨ ਯੂਜ਼ ਕਰਦੇ ਸੀ ਅਗਰ ਕੁਛ ਦੱਸਣਾ ਹੋਵੇ ਤਾਂ ਵਾਟਰ ਇਨ ਦ ਜੱਗ, ਪਰ ਇਨ ਟੂ ਆਪਾਂ ਉੱਥੇ ਹੀ ਯੂਜ਼ ਕਰਨਾ ਜਿੱਥੇ ਮੂਵਮੈਂਟ ਹੋ ਰਹੀ ਹੋਵੇ। ਐਗਜ਼ਾਮਪਲ ਦੇਖੋ ਦ ਮੈਜੀਸ਼ੀਅਨ ਪੁੱਟ ਦ ਰੈਬਿਟ ਇਨ ਟੂ ਦ ਕੈਪ ਔਨ ਦ ਟੇਬਲ। ਦੇਖੋ ਇੱਥੇ ਔਨ ਵੀ ਯੂਜ਼ ਕੀਤੀ ਹੈ ਵੀ ਔਨ, ਜਿਵੇਂ ਆਪਾਂ ਸਪੈਸ਼ਲ ਜੋ ਕੀਤੀਆਂ ਸੀ ਪ੍ਰੈਪੋਜੀਸ਼ਨ ਰਿਲੇਟਡ ਟੂ ਸਪੇਸ। ਟੇਬਲ ਕੀ ਹੁੰਦਾ ਵੀ ਫਲੈਟ, ਤਾਂ ਕਰਕੇ ਉੱਥੇ ਔਨ ਯੂਜ਼ ਕੀਤਾ ਇਸ ਤਰ੍ਹਾਂ। ਸੋ ਇਹਦੇ ਵਿੱਚ ਕਹਿ ਰਿਹਾ ਕਿ ਜੋ ਮਜੀਸ਼ੀਅਨ ਸੀ, ਜਿਹੜੇ ਜਾਦੂਗਰ ਸੀ, ਉਸਨੇ ਖਰਗੋਸ਼ ਨੂੰ ਕਿਸ ਦੇ ਵਿੱਚ ਪਾ ਦਿੱਤਾ?
ਕਿਸ ਦੇ ਵਿੱਚ ਪਾ ਦਿੱਤਾ ਵੀ? ਕੈਪ ਦੇ ਵਿੱਚ, ਟੋਪੀ ਦੇ ਵਿੱਚ ਪਾ ਦਿੱਤਾ। ਮੂਵਮੈਂਟ ਦਿਖਾ ਰਿਹਾ ਹੈ। ਹੀ ਹਰਡਲੀ ਵਾਕਡ ਇਨਟੂ ਦਾ ਬਿਲਡਿੰਗ, ਉਹ ਜਲਦੀ ਨਾਲ ਬਿਲਡਿੰਗ ਦੇ ਅੰਦਰ ਵੜ ਗਿਆ। ਸੋ ਇਸ ਤਰ੍ਹਾਂ ਮੂਵਮੈਂਟ ਦੱਸਣਾ ਆਪਣੇ, ਜਦੋਂ ਕੋਈ ਚੀਜ਼ ਕਿਸੇ ਦੇ ਅੰਦਰ ਜਾਵੇ। ਆਊਟ ਆਫ ਦਾ ਲਿਟਰਲੀ ਪਤਾ ਕੋਈ ਚੀਜ਼ ਕਿਸ ਤੋਂ ਬਾਹਰ ਕੱਢਣੀ, ਜਿਵੇਂ ਸ਼ੀ ਟੁੱਕ ਦਾ ਸਪੈਕਟੇਕਲਸ ਆਊਟ ਆਫ ਹਰ ਪਰਸ, ਉਸਨੇ ਆਪਣੇ ਪਰਸ ਦੇ ਵਿੱਚੋਂ ਕੀ ਕੱਢ ਲਿਆ ਵੀ? ਆਪਣੀਆਂ ਐਨਕਾਂ ਕੱਢ ਲਈਆਂ। ਬਾਹਰ ਕੱਢਣਾ, ਆਊਟ ਆਫ ਦਾ ਲਿਟਰਲੀ ਮੀਨਿੰਗ ਇਹੀ ਬਣਦਾ। ਕੁਛ ਕਨਫਿਊਜ਼ਨ ਹੁੰਦੀਆਂ ਨੇ, ਪਰ ਆਊਟ ਆਫ ਦਾ ਲਿਟਰਲੀ ਹੀ ਮੀਨਿੰਗ। ਜਿਵੇਂ ਮਦਰ ਲੁਕਡ ਆਊਟ ਆਫ ਦਾ ਵਿੰਡੋ, ਜਿਹੜੀ ਮਦਰ ਸੀ ਉਹ ਕਿੱਥੇ ਦੇਖ ਰਹੀ ਸੀ? ਵਿੰਡੋ ਤੋਂ ਬਾਹਰ। ਹੁਣ ਜਿਹੜਾ ਵੀ ਜੋ ਦੇਖ ਰਿਹਾ ਹੋਊਗਾ ਇਸ ਸੈਂਟੈਂਸ ਦੇ ਅਕੋਰਡਿੰਗ, ਜੋ ਵੀ ਕੋਈ ਦੇਖ ਰਿਹਾ ਹੋਊਗਾ ਉਹ ਬਾਹਰ ਖੜਾ ਹੋਊਗਾ, ਵਿੰਡੋ ਵੱਲ ਵੇਖ ਰਿਹਾ ਹੋਊਗਾ, ਇਸ ਤਰ੍ਹਾਂ। ਸੋ ਨੈਕਸਟ ਹੈਗਾ ਵੀ ਅਪ। ਅਪ ਦਾ ਵੀ ਲਿਟਰਲੀ ਮੀਨਿੰਗ ਬਣਦਾ ਹੈਗਾ ਉੱਪਰ ਚੜ੍ਹਨਾ। ਦ ਵਲੋਕ, ਅਪ ਦਾ ਵੀ ਲਿਟਰਲੀ ਮੀਨਿੰਗ ਬਣਦਾ ਹੈਗਾ ਉੱਪਰ ਚੜ੍ਹਨਾ। ਦ ਵਲੋਕ ਕਾਰਟ ਵੈਂਟ ਅਪ ਦਾ ਹਿਲ, ਜਿਹੜੀ ਵਲੋਕ ਸੀ ਜੋ ਮੀਨਸ ਜੋ ਬਲਦ ਵਗੈਰਾ ਨੇ ਉਹ ਕੀ ਸੀ? ਹਿੱਲ 'ਤੇ ਚੜ੍ਹ ਰਹੇ ਸੀ। ਇੱਥੇ ਤਾਂ ਵੈਸੇ ਇਹਨਾਂ ਨੇ ਦਿਖਾਇਆ ਹੋਇਆ ਇਨਸਾਨ ਹੈ, ਜੋ ਬੰਦਾ ਹੈ ਉਹ ਕੀ ਉੱਪਰ ਚੜ੍ਹ ਰਿਹਾ, ਤਾਂ ਮੀਨਸ ਮੈਨ ਵੈਂਟ ਅਪ ਦਾ ਹਿਲ। ਨੈਕਸਟ ਐਗਜ਼ਾਮਪਲ ਹੈਗੀ ਦ ਚਾਈਲਡ ਰੇਨ ਅਪ ਦਾ ਸਟੇਅਰ, ਜਿਹੜਾ ਬੱਚਾ ਸੀ ਉਹ ਸਟੇਅਰ 'ਤੇ ਚੜ੍ਹ ਰਿਹਾ, ਦੇਖੋ ਉੱਪਰ ਜਾ ਰਿਹਾ। ਇਸ ਤਰ੍ਹਾਂ ਮੀਨਸ ਅਪ ਦਾ ਤਾਂ ਲਿਟਰਲੀ ਮੀਨਿੰਗ ਬਣ ਗਿਆ ਉੱਪਰ ਚੜ੍ਹਨਾ। ਜਿਵੇਂ ਦ ਬੋਏ ਵੈਂਟ ਅਪ ਦਾ ਵੈਂਟ ਅਪ ਦਾ ਹਿਲ, ਇਹ ਵੀ ਬਣ ਸਕਦਾ। ਜਾਂ ਦ ਬੋਏ ਮੂਵ ਅਪ ਦਾ ਟਰੀ, ਮੀਨਸ ਟਰੀ 'ਤੇ ਚੜ੍ਹ ਰਿਹਾ। ਮੀਨਸ ਅਪ ਦਾ ਆਪਾਂ ਨੇ ਹਮੇਸ਼ਾ ਹੀ ਦੇਖਣਾ, ਜੋ ਉੱਪਰ ਨੂੰ ਜਾਂਦੇ ਉਹਨੂੰ ਆਪਾਂ ਉੱਥੇ ਹਮੇਸ਼ਾ ਅਪ ਹੀ ਯੂਜ਼ ਕਰਨਾ। ਨੈਕਸਟ ਦੇਖੋ ਵੀ ਡਾਊਨ, ਲਿਟਰਲੀ ਓਪੋਜਿਟ ਹੈ ਕਿਸ ਦੇ, ਜੋ ਆਪਾਂ ਨੇ ਉੱਪਰ ਪੜ੍ਹਿਆ। ਦ ਬੋਏ ਕੇਮ ਡਾਊਨ ਦਾ ਹਿਲ, ਜਿਹੜਾ ਬੱਚਾ ਹੈ ਉਹ ਜਿਹੜਾ ਉਸ ਤੋਂ ਹੇਠ ਆ ਰਿਹਾ। ਇਹ ਮੇ ਵੀ ਇਸ ਦੀ ਐਗਜ਼ਾਮਪਲ ਸੀ। ਦੇਖੋ ਨੀਚੇ ਆ ਰਿਹਾ, ਇਟ ਮੀਨਸ ਇੱਥੇ ਆਪਾਂ ਡਾਊਨ ਯੂਜ਼ ਕਰਾਂਗੇ। ਦ ਗਰਲ ਵਾਕਡ ਡਾਊਨ ਦਾ ਸਟੇਅਰ। ਸੋ ਕੰਟੈਕਸਟ ਦੇਖਣਾ ਸੈਂਟੈਂਸ ਦਾ, ਕਦੇ ਵੀ ਆਪਾਂ ਜਦੋਂ ਸੈਂਟੈਂਸ ਦਾ ਕੰਟੈਕਸਟ ਦੇਖਾਂਗੇ ਆਪਣੇ ਅਕੋਰਡਿੰਗ, ਉਦੋਂ ਹੀ ਆਪਣੇ ਦਿਮਾਗ ਦੇ ਵਿੱਚ ਆ ਜਾਏਗੀ ਆਪਾਂ ਇੱਥੇ ਕੀ ਯੂਜ਼ ਕਰ ਸਕਦੇ ਹਾਂ। ਕੁਛ ਕੁ ਪ੍ਰੈਪੋਜੀਸ਼ਨ ਜਿਹਦੇ ਵਿੱਚ ਕਨਫਿਊਜ਼ਨ ਹੁੰਦੀ, ਜਿਵੇਂ ਇਨ, ਇਨਟੂ, ਇਨਸਾਈਡ, ਐਟ, ਔਨ, ਇਹਨਾਂ ਦੇ ਵਿੱਚ ਕਨਫਿਊਜ਼ਨ ਨੇ ਜੋ ਮੈਂ ਪਹਿਲਾਂ ਦੱਸ ਚੁੱਕਿਆ। ਸੋ ਅਦਰਵਾਈਜ਼ ਇਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਹੁੰਦੀ। ਨੈਕਸਟ ਹੈਗਾ ਵੀ ਔਫ। ਦੋ ਹੁੰਦੀਆਂ ਨੇ ਵੀ ਪ੍ਰੈਪੋਜੀਸ਼ਨ ਇਹਦੇ ਵਿੱਚ। ਔਫ ਬਾਰੇ, ਦੂਸਰੇ ਔਫ ਬਾਰੇ ਨਹੀਂ ਦੱਸਿਆ ਹੋਇਆ। ਇੱਕ ਹੁੰਦਾ ਵੀ ਔਫ, ਇੱਕ ਹੁੰਦਾ ਵੀ ਔਫ। ਜਿਹੜਾ ਔਫ ਹੈ ਉਹ ਐਫ, ਇਹ ਹਮੇਸ਼ਾ ਆਪਾਂ ਨੂੰ ਕਿਸ ਬਾਰੇ ਦੱਸਦਾ? ਕੋਈ ਚੀਜ਼ ਕਿਸ ਦੀ ਨਾਲ ਕਿਸੇ ਚੀਜ਼ ਦਾ ਰਿਲੇਸ਼ਨ ਹੋਵੇ, ਮੀਨਸ ਜੁੜਨਾ। ਇਹ ਔਫ ਦੱਸਦਾ ਵੀ ਕਿਸੇ ਨਾਲ ਕਿਸੇ ਚੀਜ਼ ਦਾ ਟੁੱਟਣਾ, ਬ੍ਰੇਕ ਹੋਣਾ। ਜਿਹੜਾ ਇਹ ਔਫ ਹੈ ਉਹ ਐਫ ਵਾਲਾ ਔਫ, ਜਿਹੜਾ ਉਹ ਐਫ ਵਾਲਾ ਔਫ ਹੈ, ਮੰਨ ਲਓ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਉਹ ਐਫ ਵਾਲੇ ਔਫ ਦੀ। ਜਿਵੇਂ ਹੀ ਇਜ਼ ਦਾ ਫਾਦਰ ਔਫ ਰਾਮ, ਉਹ ਰਾਮ ਦਾ ਪਿਤਾ ਹੈ। ਦੈਟ ਟੇਬਲ ਮੇਡ ਆਫ ਵੁੱਡ, ਜਿਹੜਾ ਟੇਬਲ ਕਿਸ ਚੀਜ਼ ਦਾ ਬਣਿਆ ਹੋਇਆ ਵੀ? ਲੱਕੜ ਦਾ ਬਣਿਆ ਹੋਇਆ ਹੈ। ਇਸ ਤਰ੍ਹਾਂ ਸੋ ਕਿਸੇ ਚੀਜ਼ ਦਾ ਕਿਸੇ ਚੀਜ਼ ਨਾਲ ਰਿਲੇਸ਼ਨ ਦੱਸਣਾ, ਜੋੜਨਾ ਕਿਸੇ ਚੀਜ਼ ਨੂੰ, ਉੱਥੇ ਆਪਾਂ ਆਫ ਯੂਜ਼ ਕਰਾਂਗੇ। ਅਦਰਵਾਈਜ਼ ਆਫ, ਇੱਥੇ ਤੁਸੀਂ ਐਗਜ਼ਾਮਪਲ ਦੇਖ ਹੀ ਲਓਗੇ। ਦ ਬੋਏ ਫੈਲ ਆਫ ਦਾ ਚੇਅਰ, ਜਿਹੜਾ ਬੱਚਾ ਸੀ ਉਹ ਚੇਅਰ ਤੋਂ ਡਿੱਗ ਗਿਆ। ਦੇਖੋ ਆਫ ਚੇਅਰ, ਜਿਹੜਾ ਬੱਚਾ ਸੀ ਉਹ ਚੇਅਰ ਤੋਂ ਡਿੱਗ ਗਿਆ, ਇਟ ਮੀਨਸ ਬੱਚੇ ਅਤੇ ਚੇਅਰ ਦਾ ਜਿਹੜਾ ਰਿਲੇਸ਼ਨ ਹੈ, ਜਿਹੜਾ ਸੰਪਰਕ ਟੁੱਟ ਰਿਹਾ। ਦ ਲਿਟਲ ਗਰਲ ਫੈਲ ਆਫ ਹਰ ਟਰਾਈਸਾਈਕਲ, ਜਿਹੜੇ ਗੁੜੀਆ ਸੀ ਉਹ ਕਿੱਥੋਂ ਡਿੱਗ ਗਈ ਵੀ? ਕੁੜੀ ਆਪਣੇ ਟਰਾਈਸਾਈਕਲ ਤੋਂ ਡਿੱਗ ਗਈ। ਤਿੰਨ ਟਾਇਰਾਂ ਵਾਲੇ ਕੋਈ ਵੀ ਸਾਈਕਲ ਹੋ ਗਿਆ ਉਸ ਤੋਂ। ਮੀਨਸ ਉਹਨਾਂ ਦਾ ਜਿਹੜਾ ਰਿਲੇਸ਼ਨ ਹੈ, ਜਿਹੜਾ ਉਹਨਾਂ ਦਾ ਮੀਨਸ ਉਹ ਆਪ 'ਚੋਂ ਇੱਕ ਦੂਜੇ ਤੋਂ ਦੂਰ ਹੋ ਰਹੇ ਨੇ। ਜਿਵੇਂ ਦ ਐਰੋਪਲੇਨ ਟੇਕ ਆਫ, ਟੇਕ ਆਫ ਆਪਾਂ ਨੂੰ ਪਤਾ ਹੀ ਹੈ ਮੀਨਸ ਧਰਤੀ 'ਤੇ ਜਿਹੜਾ ਐਰੋਪਲੇਨ ਉਹਨਾਂ ਦਾ ਜਿਹੜਾ ਆਪ 'ਚ ਟੱਚ 'ਚ ਨੇ ਉਹ ਅੱਡ ਹੋ ਰਹੇ ਨੇ। ਸੋ ਆਫ ਹਮੇਸ਼ਾ ਦੂਰ ਹੋਣਾ ਹੁੰਦਾ ਅਤੇ ਆਫ ਹਮੇਸ਼ਾ ਰਿਲੇਸ਼ਨ ਦੱਸਦਾ, ਜੋੜਦਾ। ਇਸ ਤਰ੍ਹਾਂ ਥਰੂ, ਇਹ ਵੀ ਬਹੁਤ ਜ਼ਰੂਰੀ ਹੈ ਵੀ। ਦ ਡੌਗ ਜੰਪਡ ਥਰੂ ਦ ਰਿੰਗ, ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਵਿੱਚੋਂ ਦੀ ਲੰਘਦੇ ਹਾਂ, ਕਿਸੇ ਵੀ ਚੀਜ਼ ਦੇ ਵਿੱਚੋਂ ਦੀ ਲੰਘਦੇ ਹਾਂ ਉਦੋਂ ਆਪਾਂ ਥਰੂ ਯੂਜ਼ ਕਰਦੇ ਹਾਂ, ਪਰ ਉਹ ਚੀਜ਼ ਕੀ ਹੋਣੀ ਚਾਹੀਦੀ? 3D ਦੇ ਵਿੱਚ ਹੋਣੀ ਚਾਹੀਦੀ ਹੈ। ਵੀ ਡਰੋਵ ਥਰੂ ਦਾ ਸਿਟੀ ਐਂਡ ਰੀਚ ਦਾ ਵਿਲੇਜ, ਅਸੀਂ ਜਿਹੜੀ ਸਿਟੀ ਦੇ ਵਿੱਚੋਂ ਦੀ ਲੰਘੇ ਅਤੇ ਕਿੱਥੇ? ਪਿੰਡ ਪਹੁੰਚ ਗਏ। ਸੋ ਇਹ ਸਾਰੀਆਂ ਚੀਜ਼ਾਂ ਥਰੂ। ਜਿਵੇਂ ਦ ਟ੍ਰੇਨ ਪਾਸਿੰਗ ਥਰੂ ਦਾ ਟਨਲ, ਦੇਖੋ ਟਨਲ ਦੇ ਵਿੱਚੋਂ ਦੀ ਲੰਘ ਰਹੀ ਹੈ। ਇਸ ਤਰ੍ਹਾਂ ਸੋ ਥਰੂ ਨੂੰ ਹਮੇਸ਼ਾ ਆਪਾਂ ਜਦੋਂ ਕਿਸੇ ਚੀਜ਼ ਦੇ ਵਿੱਚੋਂ ਹੀ ਲੱਗਦੇ 3D ਹੋਣੀ ਚਾਹੀਦੀ ਹੈ। ਜਿਵੇਂ ਦੇਖੋ ਇਹਦੇ ਵਿੱਚ ਦਿਖਾਇਆ ਵੀ ਗਿਆ ਹੈਗਾ, ਜਿਹੜਾ ਡੌਗ ਹੈ ਕਿਸ ਦੇ ਵਿੱਚ ਲੰਘ ਰਿਹਾ ਵੀ? ਰਿੰਗ ਦੇ ਵਿੱਚ। ਦੀ ਰਿੰਗ ਕੀ ਹੈ ਵੀ? 3D। ਓਵਰ ਨੂੰ ਆਪਾਂ ਨੇ ਉੱਥੇ ਵੀ ਯੂਜ਼ ਕੀਤਾ ਸੀਗਾ, ਜੋ ਰਿਲੇਟਡ ਟੂ ਪਲੇਸ ਹੁੰਦੀਆਂ ਸੀ। ਮੀਨਸ ਜਦੋਂ ਵੀ ਕੋਈ ਚੀਜ਼ ਹੋਵੇ ਇਹਨਾਂ ਦੇ ਵਿੱਚ ਡਿਫਰੈਂਸ ਹੋਵੇ, ਉੱਥੇ ਆਪਾਂ ਓਵਰ ਯੂਜ਼ ਕਰਦੇ ਹਾਂ। ਮੰਨ ਲਓ ਇੱਥੇ ਆਪਾਂ ਓਵਰ ਯੂਜ਼ ਕਰਾਂਗੇ ਜਦੋਂ ਆਪਾਂ ਨੇ ਮੂਵਮੈਂਟ ਵਾਸਤੇ ਯੂਜ਼ ਕਰਨਾ, ਉੱਥੇ ਕੀ ਆਏਗਾ? ਜਦੋਂ ਕੋਈ ਚੀਜ਼ ਕਿਸੇ ਦੇ ਉੱਪਰ ਦੀ ਲੰਘ ਰਹੀ ਹੋਵੇ, ਉਹ ਚੀਜ਼ ਕੋਈ ਉੱਪਰ ਹੋਵੇ। ਜਿਵੇਂ ਦ ਰੂਫ ਇਜ਼ ਓਵਰ ਮੀ,
ਸੋ ਉੱਥੇ ਆਪਾਂ ਲਿਖਾਂਗੇ ਕਿ ਛੱਤ ਮੇਰੇ ਉੱਪਰ ਹੈ, ਸੀਲਿੰਗ ਮੇਰੇ ਉੱਪਰ ਹੈ। ਪਰ ਜਦੋਂ ਆਪਾਂ ਓਵਰ ਨੂੰ ਮੂਵਮੈਂਟ ਵਾਸਤੇ ਯੂਜ਼ ਕਰਨਾ ਤਾਂ ਉੱਥੇ ਓਵਰ ਇਸ ਤਰ੍ਹਾਂ ਯੂਜ਼ ਹੋਏਗਾ। ਦੇਖੋ ਦ ਡੌਗ ਜੰਪਡ ਓਵਰ ਦਾ ਫੈਂਸ, ਜਿਹੜਾ ਡੌਗ ਸੀ ਉਸਨੇ ਕਿਸ ਦੇ ਉੱਪਰ ਦੀ ਛਲਾਂਗ ਮਾਰੀ ਵੀ, ਫੈਂਸ ਦੇ। ਫੈਂਸ ਮੀਨਸ ਕੋਈ ਵੀ ਜਿਵੇਂ ਗਾਰਡਨ ਵਗੈਰਾ ਹੁੰਦਾ ਜਾਂ ਘਰ ਦੇ ਆਲੇ ਦੁਆਲੇ ਆਪਾਂ ਕੋਈ ਬਾੜ ਲਗਾ ਦਿੰਦੇ ਉਹਦੇ ਉੱਪਰ ਦੀ ਛਲਾਂਗ ਮਾਰ ਗਿਆ। ਸੋ ਓਵਰ ਨੂੰ ਇੱਥੇ ਆਪਾਂ ਐਜ਼ ਅ ਮੂਵਮੈਂਟ ਯੂਜ਼ ਕਰ ਸਕਦੇ ਹਾਂ। ਦ ਬਰਡ ਫਲਿਊ ਓਵਰ ਦਾ ਟਰੀ, ਜਿਹੜਾ ਪੰਛੀ ਸੀ ਉਹ ਕਿੱਥੋਂ ਦੀ ਉੱਪਰ ਦੀ ਲੰਘ ਰਹੀ ਸੀ, ਜੋ ਦਰਖਤ ਸੀ ਉਸਦੇ ਉੱਪਰ ਦੀ ਲੰਘ ਰਹੀ ਸੀ। ਸੋ ਓਵਰ ਨੂੰ ਆਪਾਂ ਐਜ਼ ਏ ਮੂਵਮੈਂਟ ਵੀ ਯੂਜ਼ ਕਰ ਸਕਦੇ ਹਾਂ, ਐਜ਼ ਏ ਡਾਇਰੈਕਸ਼ਨ ਵੀ ਯੂਜ਼ ਕਰ ਸਕਦੇ ਹਾਂ। ਅਲੋਂਗ ਹੁੰਦਾ ਵੀ ਪੈਰਲਲ, ਹੀ ਵਾਕਡ ਅਲੋਂਗ ਦਾ ਫੁੱਟਪਾਥ, ਆਪਾਂ ਅਲੋਂਗ ਨੂੰ ਐਜ਼ ਪਲੇਸ ਵਾਸਤੇ ਯੂਜ਼ ਕਰ ਸਕਦੇ ਹਾਂ। ਜਿਵੇਂ ਹੀ ਇਜ਼ ਸਟੈਂਡਿੰਗ ਅਲੋਂਗ ਦਾ ਰਿਵਰ, ਅਲੋਂਗ ਨੂੰ ਆਪਾਂ ਮੂਵਮੈਂਟ ਵਾਸਤੇ ਵੀ ਯੂਜ਼ ਕਰ ਸਕਦੇ ਹਾਂ। ਜਿਵੇਂ ਹੀ ਵਾਕਡ ਅਲੋਂਗ ਦਾ ਫੁੱਟਪਾਥ ਮੀਨਸ ਕੋਈ ਫੁੱਟਪਾਥ ਹੋਏਗਾ, ਇੱਥੇ ਹੋਏਗਾ ਫੁੱਟਪਾਥ ਅਤੇ ਜਿਹੜਾ ਬੰਦਾ ਹੋਏਗਾ ਉਹ ਇਸ ਦੇ ਨਾਲ ਨਾਲ ਚੱਲ ਰਿਹਾ ਹੋਏਗਾ। ਜਿਵੇਂ ਹੀ ਵਾਕਡ ਅਲੋਂਗ ਦਾ ਫੁੱਟਪਾਥ, ਇਸ ਤਰ੍ਹਾਂ। ਨੈਕਸਟ ਦੇਖ ਲਓ, ਦਾ ਰੋਡ ਵਾਜ਼ ਅਲੋਂਗ ਦਾ ਰਿਵਰ, ਜਿਹੜਾ ਰੋਡ ਸੀ ਉਹ ਕਿਸ ਦੇ ਕੋਲ ਹੈਗਾ, ਰਿਵਰ ਦੇ। ਮੀਨਸ ਇੱਥੇ ਕੋਈ ਰਿਵਰ ਹੋਏਗੀ ਅਤੇ ਇੱਥੇ ਰੋਡ ਹੋਏਗਾ, ਇਸ ਤਰ੍ਹਾਂ। ਸੋ ਰੋਡ ਅਲੋਂਗ ਦਾ ਮਤਲਬ ਹੁੰਦਾ ਹੈਗਾ ਪੈਰਲਲ। ਅਕਰੋਸ, ਅਕਰੋਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣਾ, ਇੱਕ ਕੋਈ ਵੀ ਇੱਕ ਪੁਆਇੰਟ ਹੋਗਾ ਉਸ ਤੋਂ ਦੂਸਰੀ ਪੁਆਇੰਟ 'ਤੇ ਜਾਣਾ। ਜਿਵੇਂ ਸੀ ਸਵੀਮ ਅਕਰੋਸ ਦਾ ਰਿਵਰ, ਕੋਈ ਇਨਸਾਨ ਹੋਏਗਾ ਇੱਥੇ ਰਿਵਰ ਹੋਏਗੀ, ਉਹ ਇੱਥੋਂ ਇੱਥੇ ਗਿਆ। ਦ ਹਾਰਸ ਗੈਲੋਪਡ ਅਕਰੋਸ ਦਾ ਮੈਡੋ, ਜਿਹੜਾ ਹਾਰਸ ਸੀ ਉਹ ਕੀ ਕਰ ਰਿਹਾ ਸੀ, ਭੱਜ ਰਿਹਾ ਸੀ। ਇੱਕ ਮੀਨਸ ਇੱਥੇ ਮੈਡੋ ਹੋਏਗੀ, ਹਾਰਸ ਇੱਥੋਂ ਇੱਥੇ ਗਿਆ, ਇਸ ਤਰ੍ਹਾਂ। ਆ ਗਿਆ ਵੀ ਰਾਊਂਡ, ਰਾਊਂਡ ਹੁੰਦਾ ਆਲੇ ਦੁਆਲੇ ਕਿਸੇ ਚੀਜ਼ ਦੇ ਮੂਵਮੈਂਟ ਕਰਨਾ। ਜਦੋਂ ਬੋਏ ਰੇਨ ਅਰਾਊਂਡ ਦਾ ਟਰੀ, ਜਿਹੜਾ ਬੱਚਾ ਸੀ ਉਹ ਦਰਖਤ ਦੇ ਆਲੇ ਦੁਆਲੇ ਭੱਜ ਰਿਹਾ, ਦੇਖੋ ਇਸ ਤਰ੍ਹਾਂ। ਦ ਅਰਥ ਰਿਵੋਲਵਸ ਅਰਾਊਂਡ ਦਾ ਸਨ, ਇਹ ਤਾਂ ਸਭ ਨੂੰ ਪਤਾ ਹੈ। ਹੁਣ ਰਾਊਂਡ ਅਤੇ ਅਰਾਊਂਡ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ, ਕਈ ਯੂਜ਼ ਅਰਾਊਂਡ ਵੀ ਯੂਜ਼ ਕਰ ਲੈਂਦੇ ਨੇ, ਕਈ ਲੋਕ ਅਰਾਊਂਡ ਵੀ ਯੂਜ਼ ਕਰ ਸਕਦੇ ਨੇ। ਸੋ ਦੇਰ ਇਜ਼ ਨੋ ਪ੍ਰੋਬਲਮ। ਨੈਕਸਟ ਆ ਗਿਆ ਵੀ ਪਾਸਟ। ਪਾਸਟ ਦੇਖੋ, ਪਾਸਟ ਦੀ ਇੱਕ ਹੋਰ ਵੀ ਵਰਡ ਯੂਜ਼ ਹੁੰਦਾ ਪਾਸਟ ਵਾਸਤੇ। ਵੈਸੇ ਤਾਂ ਪਾਸਟ ਹੁੰਦਾ ਆਪਾਂ ਕਹਿੰਦੇ ਹਾਂ ਭੂਤਕਾਲ, ਜੋ ਲੰਘ ਗਿਆ ਟਾਈਮ। ਪਰ ਪਾਸਟ ਨੂੰ ਆਪਾਂ ਜਦੋਂ ਐਜ਼ ਏ ਪ੍ਰੈਪੋਜੀਸ਼ਨ ਯੂਜ਼ ਕਰਦੇ ਹਾਂ। ਰੀਟਾ ਵਾਕਡ ਪਾਸਟ ਦਾ ਟੋਏ ਸ਼ਾਪ ਐਂਡ ਰੀਚਡ ਦਾ ਫਲਾਵਰ ਸ਼ਾਪ, ਮੀਨਸ ਕੋਈ ਰੀਟਾ ਹੈ ਉਹ ਕਿੱਥੋਂ ਲੰਘੀ, ਪਾਸਟ ਦਾ ਟੋਏ ਸ਼ਾਪ, ਉਹ ਤੋਂ ਪਰਾਂ ਦੀ ਲੰਘੀ। ਮੀਨਸ ਮੰਨ ਲਓ ਇੱਥੇ ਕੋਈ ਟੋਏ ਸ਼ਾਪ ਹੈ, ਇੱਥੇ ਰੀਟ ਹੈ, ਇਸ ਦੇ ਮੀਨਸ ਇੱਥੇ ਲੰਘੀ ਅਤੇ ਇੱਥੇ ਫਲਾਵਰ ਸ਼ਾਪ ਹੈ, ਇੱਥੇ ਪਹੁੰਚ ਗਈ। ਮੀਨਸ ਬਿਯੋਂਡ, ਤੋਂ ਪਰਾਂ, ਉੱਥੇ ਆਪਾਂ ਪਾਸਟ ਯੂਜ਼ ਕਰ ਸਕਦੇ ਹਾਂ। ਅਲੋਂਗ ਵੀ ਆ ਸਕਦਾ ਪਾਸਟ ਦਾ। ਹੀ ਇਜ਼ ਵਾਕਿੰਗ ਪਾਸਟ ਮੀ, ਮੀਨਸ ਉਹ ਮੇਰੇ ਨਾਲ ਨਾਲ ਲੰਘ ਰਿਹਾ, ਨਾਲ ਨਾਲ ਭੱਜ ਰਿਹਾ, ਇਸ ਤਰ੍ਹਾਂ। ਅਤੇ ਇੱਥੇ ਆਪਾਂ ਇੱਕ ਹੋਰ ਵੀ ਵਰਡ ਯੂਜ਼ ਕਰ ਸਕਦੇ ਹਾਂ, ਆਫਟਰ। ਹੀ ਇਜ਼ ਰਨਿੰਗ ਆਫਟਰ ਮੀ, ਉਹ ਮੇਰੇ ਪਿੱਛੇ ਭੱਜ ਰਿਹਾ, ਇਸ ਤਰ੍ਹਾਂ। ਸੋ ਇਹ ਸਾਰੇ ਕੀ ਨੇ, ਪ੍ਰੈਪੋਜੀਸ਼ਨ ਨੇ ਰਿਲੇਟਡ ਟੂ ਡਾਇਰੈਕਸ਼ਨ ਐਂਡ ਮੂਵਮੈਂਟ। ਹੁਣ ਆਪਾਂ ਗੱਲ ਕਰਦੇ ਹਾਂ ਵੀ ਪ੍ਰੈਪੋਜੀਸ਼ਨ ਆਫ ਟਾਈਮ ਦੀ, ਜਿਹੜੀ ਟਾਈਮ ਦੇ ਰਿਲੇਟਡ ਆਪਾਂ ਪ੍ਰੈਪੋਜੀਸ਼ਨ ਯੂਜ਼ ਕਰਦੇ ਹਾਂ। ਸੋ ਦੇਖੋ, ਪ੍ਰੈਪੋਜੀਸ਼ਨ ਆਫ ਟਾਈਮ ਰੈਫਰਸ ਟੂ ਟਾਈਮ ਔਰ ਅ ਡਿਊਰੇਸ਼ਨ ਆਫ ਐਨ ਐਕਸ਼ਨ ਔਰ ਸਟੇਟ। ਉਹਨੂੰ ਕੀ ਬੋਲਦੇ ਹਾਂ ਆਪਾਂ, ਪ੍ਰੈਪੋਜੀਸ਼ਨ। ਮੀਨ ਜੋ ਟਾਈਮ ਬਾਰੇ ਆਪਾਂ ਨੂੰ ਇੱਕ ਦੱਸਦੀਆਂ ਨੇ, ਇੱਕ ਨਾਊਨ ਅਤੇ ਪ੍ਰਨਾਊਨ ਨੂੰ ਕਿਸੇ ਹੋਰ ਵਰਡ ਨਾਲ ਜੋੜਨ ਵਾਸਤੇ, ਜਿਹੜੀ ਵੀ ਆਪਾਂ ਟਾਈਮ ਵਾਸਤੇ ਯੂਜ਼ ਕਰਦੇ ਉਹਨਾਂ ਨੂੰ ਪ੍ਰੈਪੋਜੀਸ਼ਨ ਆਫ ਟਾਈਮ ਕਹਿੰਦੇ। ਜਿਵੇਂ ਪ੍ਰੈਪੋਜੀਸ਼ਨ ਆਫ ਸਪੇਸ ਦੀ ਪੋਜੀਸ਼ਨ ਸੀ, ਪ੍ਰੈਪੋਜੀਸ਼ਨ ਆਫ ਡਾਇਰੈਕਸ਼ਨ ਸੀ, ਇਸ ਤਰ੍ਹਾਂ। ਜਿਵੇਂ ਰੀਟਾ ਇਜ਼ ਸਲੀਪਿੰਗ ਸਿੰਸ ਈਵਨਿੰਗ, ਜਿਹੜੀ ਰੀਟ ਹੈ ਉਹ ਕਦੋਂ ਤੋਂ ਸੌ ਰਹੀ ਹੈ ਵੀ, ਈਵਨਿੰਗ ਤੋਂ। ਇੱਥੇ ਵੀ ਸੈਂਸ ਹੈ ਜਿਹੜਾ ਇੱਕ ਪੁਆਇੰਟ ਨੂੰ ਡਿਨੋਟ ਕਰਦਾ। ਮੀਨਸ ਈਵਨਿੰਗ ਦੇ ਵਿੱਚ ਕੋਈ ਟਾਈਮ ਹੋਏਗਾ, ਸੈਂਸ ਪੱਕਾ। ਜਿਵੇਂ 5 ਵਜੇ ਈਵਨਿੰਗ ਹੋ ਜਾਂਦੀ ਹੈ ਤਾਂ ਉੱਥੋਂ ਆਪਾਂ ਮੀਨਸ 5 ਵਜੇ ਤੋਂ ਉਹ ਸੌਂ ਰਹੀ ਹੈ। ਸੋ ਜਿੰਨੀਆਂ ਵੀ ਨੇ ਦੇਖੋ ਵੀ, ਫੋਰ, ਸਿੰਸ, ਅਰਾਊਂਡ, ਇਨ, ਬਾਏ, ਬਿਫੋਰ, ਆਫਟਰ, ਇਹ ਸਾਰੀਆਂ ਵੀ ਕੀ ਹੁੰਦੀਆਂ ਨੇ, ਪ੍ਰੈਪੋਜੀਸ਼ਨ ਆਫ ਟਾਈਮ ਹੁੰਦੀਆਂ ਨੇ। ਇਹ ਰਹਿਣ ਦਿਓ, ਇਹੀ ਐਗਜ਼ਾਮਪਲ ਅੱਗੇ ਆਉਣਗੀਆਂ। ਸਭ ਤੋਂ ਪਹਿਲੇ ਹੈਗੇ ਵੀ ਔਨ। ਔਨ ਨੂੰ ਆਪਾਂ ਦੇਖੋ ਐਜ਼ ਏ, ਜਦੋਂ ਆਪਾਂ ਪੋਜੀਸ਼ਨ ਜਾਂ ਪਲੇਸ ਦੀ ਗੱਲ ਕਰਦੇ ਸੀ ਉੱਥੇ ਆਪਾਂ ਔਨ ਯੂਜ਼ ਕਰਦੇ ਸੀ। ਪਰ ਔਨ ਨੂੰ ਇਹ ਥੋੜ੍ਹੀਆਂ ਰੋਟਨ ਚੀਜ਼ਾਂ ਨੇ, ਆਪਾਂ ਨੂੰ ਰੱਟਾ ਲਗਾਉਣਾ ਪੜੇਗਾ। ਜਿਹੜੀ ਜਦੋਂ ਆਪਾਂ ਔਨ ਯੂਜ਼ ਕਰਦੇ ਹਾਂ, ਆਪਾਂ ਡੇਟ ਨਾਲ ਔਨ ਯੂਜ਼ ਕਰਦੇ ਹਾਂ। ਅਗਰ ਅੱਗੇ ਡੇਟ ਹੋਏਗੀ, ਅਗਰ ਈਅਰ ਹੋਏਗਾ ਤਾਂ ਆਪਾਂ ਉੱਥੇ ਇਨ ਯੂਜ਼ ਕਰਾਂਗੇ। ਜਿਵੇਂ ਹੀ ਵਾਜ਼ ਬੋਰਨ ਔਨ 17 ਮਾਰਚ 1986। ਅਗਰ ਇੱਥੇ 17 ਮਾਰਚ ਨਹੀਂ ਹੁੰਦਾ ਤਾਂ ਆਪਾਂ ਇੱਥੇ ਇਨ ਯੂਜ਼ ਕਰਦੇ। ਡੇ ਨਾਲ ਵੀ ਆਪਾਂ ਵੀ ਕੀ ਯੂਜ਼ ਕਰਾਂਗੇ, ਔਨ ਯੂਜ਼ ਕਰਾਂਗੇ। ਹੀ ਵੈਂਟ ਦੇਅਰ ਔਨ ਫਰਾਈਡੇ। ਡੇ ਨਾਲ ਕੋਈ ਮਾਰਨਿੰਗ, ਈਵਨਿੰਗ ਕੋਈ ਟਾਈਮ ਦਿੱਤਾ ਹੋਵੇ ਤਾਂ ਆਪਾਂ ਔਨ ਯੂਜ਼ ਕਰਾਂਗੇ। ਦਾ ਟ੍ਰੇਨ ਰੀਚਡ ਕੋਚਿਨ ਔਨ ਫਰਾਈਡੇ ਈਵਨਿੰਗ, ਨੂਨ, ਨਾਈਟ। ਸੋ ਇਹ ਸਾਰੀਆਂ ਚੀਜ਼ਾਂ ਨਾਲ ਆਪਾਂ ਔਨ ਯੂਜ਼ ਕਰਾਂਗੇ। ਇਹ ਥੋੜ੍ਹੀਆਂ ਰੋਟਨ ਚੀਜ਼ਾਂ ਨੇ, ਆਪਾਂ ਨੂੰ ਰੱਟਾ ਲਗਾਉਣਾ ਪੜੇਗਾ ਕਿਹੜੀ ਚੀਜ਼ ਨਾਲ ਕਿਹੜੀ ਚੀਜ਼ ਯੂਜ਼ ਹੁੰਦੀ ਹੈ। ਪ੍ਰੈਕਟਿਸ ਨਾਲ ਆ ਜਾਣਗੇ, ਨੋ ਪ੍ਰੋਬਲਮ। ਈਅਰ ਨਾਲ ਦੇਖੋ, ਮੈਂ ਉੱਪਰ ਦੱਸਿਆ ਸੀਗਾ, ਅਗਰ 2010 ਦੇ ਅੱਗੇ ਕੁਛ ਹੋਰ ਆ ਜਾਂਦਾ, ਡੇਟ ਲਿਖੀ ਤਾਂ ਔਨ ਯੂਜ਼ ਕਰਦੇ, ਇੱਥੇ ਆ ਗਿਆ ਇਨ ਆਏਗਾ। ਮੰਥ ਨਾਲ ਆਪਾਂ ਹਮੇਸ਼ਾ ਇਨ ਯੂਜ਼ ਕਰਦੇ ਹਾਂ। ਸੀਜ਼ਨ ਆ ਗਿਆ ਕੋਈ, ਉਹਦੇ ਨਾਲ ਸਪਰਿੰਗ ਆ ਗਿਆ, ਵਿੰਟਰ ਆ ਗਿਆ, ਫਾਲ ਆ ਗਿਆ, ਇਹ ਸਾਰੀਆਂ ਚੀਜ਼ਾਂ ਨਾਲ ਆਪਾਂ ਇਨ ਯੂਜ਼ ਕਰਦੇ ਹਾਂ। ਪਾਰਟ ਆਫ ਦਾ ਡੇ, ਮੰਨ ਲਓ ਮਾਰਨਿੰਗ, ਈਵਨਿੰਗ,
आफ्टरनून, ये सारिया चीज़ों नाल आपां इन यूज़ करांगे। इन ऑल्सो शोज़ फ्यूचर टाइम और इंਡੀਕੇਟਸ टाइम स्टार्टिंग फ्रॉम नाउ। कोई भी ਜਿਹੜਾ ਹੁਣ ਤੋਂ टाइम शुरू हो ਰਿਹਾ ਹੈਗਾ ਉਹਨੂੰ ਆਪਾਂ ਇਨ ਨਾਲ ਯੂਜ਼ ਕਰਦੇ ਹਾਂ। ਜਿਵੇਂ ਸ਼ੀ ਵਿਲ ਬੀ ਰੀਚਿੰਗ ਦ 에ਅਰਪੋਰਟ ਇਨ 3 ਆਵਰਸ, 3 ਘੰਟਿਆਂ ਦੇ ਵਿੱਚ ਉਹ ਉੱਥੇ ਪਹੁੰਚ ਜਾਵੇਗੀ। अगर इत्थे आपां विदिन यूज़ कर लेंगे कि विदिन भी होंदी है प्रैपोजिशन। शी विल बी रीचिंग द एयरपोर्ट विदिन 3 आवर्स मीनस वो 3 घंटे के विच पहुँच जाएगी। मीनस 2 घंटे के पहुँच सकती है, घंटे भी पहुँच सकती है। पर अगर इत्थे इन यूज़ किया तो मीनस वो 3 घंटे बिल्कुल नज़दीक ही पहुँचेगी। 3 घंटे की अपन पता भी 3 घंटे लगणगे ही लगणगे। इत्थे आपां इन यूज़ करांगे। यू विल रिसीव अ कॉल इन 20 मिनट्स, 20 मिनटों के विच तुहानूं कॉल मिल जाएगी। मीनस अपन पता है कि 20 मिनट लगणगे ही लगणगे। नैक्सट आ गया भी जिवें फैसटिवल, आई मैट माई फैमिली एट क्रिसमस। जिहड़ियां मीनस कोई फैसटिवल आ जांदे ने उत्थे आपां की यूज़ करदे हां, ऐड यूज़ करदे हां। इत्थे आपां ऑन नहीं यूज़ कर सकदे। मील टाइम, लंच, ब्रेकफास्ट, डिनर, इत्थे आपां ऐड यूज़ करांगे। पर्टिकुलर पॉइंट ऑफ टाइम इत्थे किते भी पर्टिकुलर की गल होवे तो आपां ऐड यूज़ करते ही करते। जिवें आई रीच्ड होम एट 3 PM, इत्थे सब नूं पता है आपां ऐड ही यूज़ करते हैं। जिवें आई विल स्टडी एट 8 o'clock, इस तरह यूज़ कर सकते हैं। द क्लॉक स्ट्रक एट मिडनाइट, जिहड़ा क्लॉक सी वो कित्थे रुक गया जाके मिडनाइट की रात नूं। देखो विदिन भी आ गया भी, विदिन ते इन दे विच। विदिन मीनस बिफोर द एंड ऑफ, इन मीनस एट द एंड ऑफ। बिफोर द एंड ऑफ मीनस मान लो 3 घंटे दिते ने किसी चीज़ वास्ते तो 3 घंटे तो पहला भी हो सकता है। इन द मीनस उहदे कोल जाके ही होएगा, अपन पता भी कि वो चीज़ उहदे विच ही हुंदी है। जिवें शी विल लीव इन 2 आवर्स, 2 घंटे के विच चली जाएगी। एट द एंड ऑफ 2 आवर्स वो कोल जाके ही विल कंप्लीट द वर्क विद इन 3 आवर्स, 3 घंटे के पूरा कर लेगा। बिफोर 3 आवर्स है पास्ट, जो 3 घंटे हो गए, 3 घंटे तो पहला कदों भी पूरा कर सकता, उन्होंने आप विद इन यूज़ करते हैं। कुछ को होर एग्जाम्पल ने भी रिलेटेड टू टाइम। द मूवी स्टार्टड बिफोर 6 o'clock, इतना सब नूं पता है कि जो आप बिफोर यूज़ कर सकते हैं, अपन नूं पता मीनस 6 बजे तो पहला मूवी स्टार्ट हुई होएगी। द मूवी आफ्टर पता भी बाद ही होंगी है। द गेट्स विल रीच हेयर अबाउट भी आप उत्थे यूज़ करते हैं जो आपू देखो दिता भी मीनस दे आर एक्सपैक्टेड अबाउट 5 o'clock, आपको पता भी वो कोल जाके ही होएगी, उत्थे आप अबाउट यूज़ करते हैं। अबाउट आपको प्रोबेबिलिटी दसदा है। जिमें द गेट्स विल रीच हेयर अबाउट 5 o'clock मीनस 5 बजे के कोल वो आ जाएंगे, वो 4 बजे भी आ सकते हैं। आई विल बी एट माई आंट्स हाउस अंटिल 6 o'clock मीनस मैं अपने जो आंट का घर है वो 6 बजे तो पहला नहीं छड्डांगा, मीनस उत्थे होवांगा। मीनस मैं जिवें कहदा आई विल बी एट स्कूल 3 PM मीनस मैं 3 बजे तो पहला स्कूल के विच ही होंदा, इस तो पहला किते नहीं होंदा। इस तरीके नाल शी विल रीच हेयर बाय 6 o'clock, ये पक्का टाइम है 6 o'clock तो चला ही उत्थे पहुँच ही जावांगे। जिवें मीन शी विल रीच एट टाइम बिफोर 6 o'clock और एट 6 o'clock, 6 बजे तो पहले भी आ सकता, जिवें उत्थे आपां यूज़ कीता सीगा जिवें विदिन यूज़ कीता सी उस तरह आपां इत्थे बाय भी यूज़ कर सकते हैं। आई विल स्टे एट माई आंट्स हाउस फ्रॉम 6 o'clock टू, ये पहला शुरू के दसे से आप टू तो फ्रॉम नूं किवें यूज़ कर सकते हैं। 6 o'clock टू 8 o'clock आप इत्थे इस तरह यूज़ कर सकते हैं। सो फ्रॉम तो टू की ने एक दूजे नाल को ने ये इकट्ठियां ही आउंदियां ने, पर कई बार ये ओमिटेड होंदियां ने, इन्नी डीप च जाने की लोड़ नहीं। मीनस आई विल स्टे माई आंट्स हाउस ऑल द वाइल फ्रॉम 6 मीनस 6 तो 8 के उत्थे ही रहांगा। सो दिस वर द प्रैपोजिशंस ऑफ टाइम एंड डायरैक्शन एंड मूवमेंट। The preposition only we can understand the preposition by practice. If you do practice more and more questions, fill in the blanks, then you can understand the preposition. So this is only come to understand by only habit. So we will discuss some more prepositions in the next lecture. So I will send the some fill in the blanks, so you have to solve those fill in the blanks, and hope you understand the chapter. Thank you very much.